ਦੋਸਤੋ, ਕਲਾਈਮੇਟ ਚੇਂਜ ਨੇ ਪਾਕਿਸਤਾਨ ਨੂੰ ਆਪਣੀ ਗ੍ਰਿਪ 'ਚ ਲਿਆ ਹੋਇਆ ਔਰ ਨਵੀਆਂ ਚੀਜ਼ਾਂ ਸਾਨੂੰ ਮੌਸਮੀਆਤੀ ਜਿਹੜੀਆਂ ਨੇ ਉਹ ਵੇਖਣ ਨੂੰ ਮਿਲਣ ਡਈਆਂ ਨੇ। ਹੋ ਸਕਦਾ ਦੁਨੀਆ ਦੇ ਬਹੁਤ ਸਾਰੇ ਇਲਾਕੇ ਜਿਹੜੇ ਨੇ, ਜਿਵੇਂ ਅਮਰੀਕਾ ਹੈ, ਉੱਥੇ ਦੀ ਕਈ ਰਿਆਸਤਾਂ ਦੇ ਵਿੱਚ ਪਹਿਲੇ ਵੀ ਹੁੰਦਾ ਰਿਹਾ, ਲੇਕਿਨ ਮਿੱਟੀ ਦੀ ਬਾਰਿਸ਼ ਇਹ ਪਾਕਿਸਤਾਨ ਦੇ ਵਿੱਚ ਜ਼ਿਆਦਾ ਮਾਰੂਫ ਨਹੀਂ ਹੈਗੀ। ਔਰ ਇਹ ਤਾਜ਼ਾ ਇਹ ਗੱਲ ਇਹਦੇ ਉੱਤੇ ਕਰਨ ਦਾ ਮੌਕਾ ਕਿਉਂ ਮੈਨੂੰ ਮਿਲ ਰਿਹਾ ਕਿ ਅੱਜ ਉੱਥੇ ਸਿੰਧ ਦੇ ਕਈ ਇਲਾਕੇ ਨੇ ਜਿੱਥੇ ਮਿੱਟੀ ਦੀ ਬਾਰਿਸ਼ ਹੋ ਰਹੀ ਹੈ ਜਾਂ ਹੋਣ ਦਾ ਇਮਕਾਨ ਪੈਦਾ ਹੋਇਆ। ਔਰ ਇਹ ਹੁੰਦੀ ਕਿਉਂ? ਮਾਹਿਰੀਨ ਦੇ ਨਾਲ ਜਦੋਂ ਮੇਰੀ ਇਹਦੇ 'ਤੇ ਗੱਲ ਹੋਈ ਤਾਂ ਉਹਨਾਂ ਕਿ ਜਦੋਂ ਮਿੱਟੀ ਅਤੇ ਹਵਾ ਦੇ ਚੱਕਰ ਜਿਹੜੇ ਤੇਜ਼ ਚੱਕਰ ਨੇ ਉਹ ਇੱਕ ਹੋ ਜਾਣ, ਉਹ ਮਿਕਸ ਹੋ ਜਾਣ ਇੱਕ ਦੂਸਰੇ ਦੇ ਵਿੱਚ, ਅਤੇ ਫਿਰ ਮਿੱਟੀ ਦੇ ਢੇਲੇ ਛੋਟੇ ਬਣ ਜਾਂਦੇ ਨੇ ਜਾਂ ਕਤਰੇ ਬਣ ਜਾਂਦੇ ਨੇ। ਅਤੇ ਇਹ ਇੰਝ ਦੀ ਹੀ ਇੱਕ ਸ਼ਕਲ ਹੁੰਦੀ ਜਿਵੇਂ ਔਲੇ ਜਾਂ ਗੜੇ ਜਾਂ ਜ਼ਾਲਾਬਾਰੀ ਦੇ ਵਿੱਚ ਹੁੰਦੀ, ਅਤੇ ਉਹ ਬਰਫ਼ ਸਾਨੂੰ ਨਜ਼ਰ ਆਉਂਦੀ। ਇੰਝ ਮਿੱਟੀ ਦੇ ਵਿੱਚ ਢੇਲੇ ਜਾਂ ਕਤਰੇ ਬਣ ਜਾਂਦੇ ਨੇ, ਅਤੇ ਇਹ ਫਿਰ ਜਿੱਥੇ ਡਿੱਗਦੇ ਨੇ ਇਹ ਚਿੱਕੜ ਵਾਂਗੂ ਇਹ ਕਰ ਦਿੰਦੇ ਨੇ। ਗੱਡੀਆਂ ਦੀਆਂ ਸਕਰੀਨਾਂ 'ਤੇ ਡਿੱਗਣ 'ਤੇ ਫਿਰ ਗੱਡੀ ਤੋਂ ਚਿੱਕੜ ਜਿਹਾ ਜੰਮ ਜਾਂਦਾ ਵੇ। ਔਰ ਵੈਸੇ ਗਲੀਆਂ ਦੇ ਵਿੱਚ ਉਹ ਇਸ ਤਰ੍ਹਾਂ ਦੇ ਹੋ ਜਾਂਦੀ ਗੱਲ, ਫਿਸਲਣ ਹੋ ਜਾਂਦੀ। ਔਰ ਇਹਦੇ ਨਾਲ ਜਿਹੜਾ ਸਾਹ ਲੈਣ ਦਾ ਲੋਕਾਂ ਨੂੰ ਮਸਲਾ ਹੈ ਉਹ ਪੈਦਾ ਹੋ ਸਕਦਾ ਹੈ, ਦਿੱਕਤ ਪੈਦਾ ਹੋ ਸਕਦੀ ਹੈ, ਔਰ ਕਈ ਤਰ੍ਹਾਂ ਦੇ ਅਮਰਾਜ਼ ਜਿਹੜੇ ਨੇ ਉਹ ਵੀ ਹੋ ਸਕਦੇ ਨੇ। ਅਤੇ ਇਹ ਇੱਕ ਨਵਾਂ ਫਿਨੋਮੀਨਾ ਕਹਿ ਲਵੋ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਪੈਦਾ ਹੋ ਰਿਹਾ ਵੇ ਕਿ ਅਸੀਂ ਸੈਲਾਬ ਦੇ ਉੱਤੇ ਗੱਲ ਕਰਨੇ ਆ, ਅਸੀਂ ਤੂਫਾਨੀ ਬਾਰਿਸ਼ਾਂ ਦੀ ਗੱਲ ਕਰਨੇ ਆ, ਅਸੀਂ ਹਨੇਰੀਆਂ ਅਤੇ ਝੱਖੜਾਂ ਦੀ ਗੱਲ ਕਰਨੇ ਆ, ਲੇਕਿਨ ਮਿੱਟੀ ਦੀ ਬਾਰਿਸ਼ ਜਿਹੜੀ ਹੈ ਇਹਦੇ ਉੱਤੇ ਗੱਲ ਬਹੁਤ ਘੱਟ ਸਾਡੇ ਹਾਂ ਹੋਈ ਹੈ। ਅਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਇਹ ਮਿੱਟੀ ਦੀ ਬਾਰਿਸ਼ ਜਿਹੜੀ ਇਹ ਕਿਹੜੇ ਏਰੀਆਜ਼ ਜਿਹੜੇ ਨੇ ਇੱਥੇ ਹੋ ਰਹੀ ਹੈ। ਅਤੇ ਇਹਦੇ ਵਿੱਚ ਜਨਾਬ ਸਿੰਧ ਦੇ ਖਾਸ ਤੌਰ 'ਤੇ ਇਲਾਕੇ ਨੇ, ਅੰਦਰੂਨ ਸਿੰਧ ਦੇ, ਉਹਦੇ ਉੱਤੇ ਮਾਹਿਰ ਨੇ ਦੇਖ ਰਹੇ ਨੇ ਕਿ ਉੱਥੇ ਟ੍ਰੈਂਡ ਜਿਹੜੇ ਮਿੱਟੀ ਦੀ ਬਾਰਿਸ਼ ਦੇ ਬਣਨ ਡਏ ਨੇ ਉਹ ਕੀ ਨੇ। ਅਤੇ ਇਹਨਾਂ ਟ੍ਰੈਂਡਸ ਦੇ ਵਿੱਚ ਆ ਕੇ ਪਤਾ ਇਹ ਲੱਗ ਰਿਹਾ ਕਿ ਜਨਾਬ ਜਿਹੜਾ ਡਿਸਟ੍ਰਿਕਟ ਹੈ ਦਾਦੂ, ਮੋਰੋ, ਇਸੇ ਤਰ੍ਹਾਂ ਸੇਵਨ ਦਾ ਇਲਾਕਾ ਹੈ, ਨਵਾਬਸ਼ਾਹ ਦੇ ਕੁਝ ਇਲਾਕੇ ਨੇ, ਟੰਡੂ ਆਦਮ ਦੇ ਇਲਾਕੇ ਨੇ, ਅਤੇ ਸਭ ਨਾਲੋਂ ਜ਼ਿਆਦਾ ਜਿਹੜਾ ਇਲਾਕਾ ਮੁਤਾਸਰ ਹੈ ਉਹ ਸਨ ਦਾ ਇਲਾਕਾ। ਇਹ ਇਲਾਕੇ ਨੇ ਜਿੱਥੇ ਮਿੱਟੀ ਦੀ ਬਾਰਿਸ਼ ਇਸ ਵਕਤ ਹੋ ਰਹੀ ਹੈ ਜਾਂ ਉਹਦੇ ਹੋਣ ਦੇ ਇਮਕਾਨ ਪੈਦਾ ਹੋ ਗਏ ਨੇ। ਅਤੇ ਇਹ ਫਿਨੋਮੀਨਾ ਜਿਹੜਾ ਵੇ ਪਾਕਿਸਤਾਨ ਦੇ ਵਿੱਚ ਮੌਸਮੀਆਤ ਦੇ ਵਿੱਚ ਮਾਹਿਰੀਨ ਜਿਹੜੇ ਨੇ ਉਹ ਬੜੀ ਦਿਲਚਸਪੀ ਨਾਲ ਇਹਨੂੰ ਵੇਖਣ ਡਏ ਨੇ, ਅਤੇ ਉਹ ਅੰਦਾਜ਼ਾ ਕਰ ਰਹੇ ਨੇ ਕਿ ਇਹ ਮੌਸਮੀਆਤੀ ਤਬਦੀਲੀ ਦੇ ਨਾਲ ਹੋਰ ਕਿਹੜੀਆਂ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਥੇ ਇੰਪੈਕਟ ਪੈਦਾ ਕਰ ਸਕਦੀਆਂ ਨੇ ਪਾਕਿਸਤਾਨ ਦੇ ਵਿੱਚ। ਅਤੇ ਕੁਝ ਹੋਰ ਵੀ ਟ੍ਰੈਂਡ ਆਏ ਨੇ ਸਾਹਮਣੇ ਕਿ ਬਿਜਲੀ ਡਿੱਗਣ ਦੇ ਵਾਕਿਆਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਹੋ ਰਹੇ ਨੇ। ਇਹ ਲਗਭਗ ਪਿਛਲੇ ਕੋਈ 8-10 ਦਿਨਾਂ ਦੇ ਵਿੱਚ 20 ਦੇ ਕਰੀਬ ਲੋਕ ਮਰ ਚੁੱਕੇ ਨੇ। ਫਿਰ ਬੇਸ਼ੁਮਾਰ ਜਾਨਵਰ ਜਿਹੜੇ ਨੇ, ਹੁਣ ਕੁਰਬਾਨੀ ਦੇ ਵੀ ਜਾਨਵਰ ਦੇ ਕੱਲ੍ਹ ਰਿਪੋਰਟ ਹੋਏ ਨੇ ਕਿ 2 ਕੁਰਬਾਨੀ ਦੇ ਵੱਛੇ ਸਨ, ਉਹਨਾਂ 'ਤੇ ਬਿਜਲੀ ਡਿੱਗੀ। ਪਰਸੋਂ ਰਿਪੋਰਟ ਹੋਏ 2 ਭਰਾ ਕਿਤੇ ਬਾਹਰ ਮੰਜੀ 'ਤੇ ਸੁੱਤੇ ਸਨ, ਬੱਚੇ ਨੌਜਵਾਨ, ਅਤੇ ਉਹਨਾਂ 'ਤੇ ਉਸਮਾਨੀ ਬਿਜਲੀ ਡਿੱਗੀ। ਅਤੇ ਮੈਂ ਜਦੋਂ ਪੁੱਛਿਆ ਮੌਸਮੀਆਤੀ ਮਾਹਿਰੀਨ ਨੇ, ਮੈਂ ਕਿਹਾ ਯਾਰ ਕਿ ਇਹ ਦੱਸੋ ਕਿ ਨਿਸ਼ਾਨੀ ਕੀ ਹੈ ਕਿ ਬਿਜਲੀ ਦੇ ਡਿੱਗਣੇ ਹੋਵੇ ਅਤੇ ਬੰਦਾ ਉਸ ਇਲਾਕੇ ਤੋਂ ਇੱਧਰ ਉੱਧਰ ਹੋ ਜਾਵੇ। ਅਤੇ ਉਹਨਾਂ ਨੇ ਦੱਸਿਆ ਕਿ ਜਨਾਬ ਜੇ ਤੁਸੀਂ ਕਿਤੇ ਖੜ੍ਹੇ ਜੇ ਔਰ ਉੱਥੇ ਤੁਹਾਡੇ ਵਾਲ ਖੜ੍ਹੇ ਹੋ ਜਾਣ, ਤੁਹਾਡੇ ਲੂੰ ਕੰਡੇ ਜਿਹੜੇ ਨੇ ਉਹ ਖੜ੍ਹੇ ਹੋ ਜਾਣ, ਅਤੇ ਫਿਰ ਇਹਦਾ ਮਤਲਬ ਹੈ ਕਿ ਇੱਥੇ ਕੋਈ ਐਸੀ ਮਕਨਾਤੀਸੀ ਕੈਫੀਅਤ ਪੈਦਾ ਹੋ ਗਈ ਹੈ ਜਿਹੜੀ ਪ੍ਰੋਬਲਮ ਪੈਦਾ ਕਰ ਸਕਦੀ। ਅਤੇ ਇਹਦੇ ਵਿੱਚ ਆ ਕੇ ਤੁਸੀਂ ਇੱਧਰ ਉੱਧਰ ਹੋ ਜਾਓ, ਉਹ ਜਗ੍ਹਾ ਛੱਡ ਦਿਓ। ਇੱਕ ਤਾਂ ਇਹ ਗੱਲ ਦੱਸੀ ਗਈ। ਫਿਰ ਇੰਝ ਹੀ ਦੱਸਿਆ ਗਿਆ ਕਿ ਜਿਹੜੀ ਹਰੀਆਂ ਟਾਹਣੀਆਂ ਵਾਲੇ ਦਰਖਤ ਹੈਗੇ ਨੇ ਉਹਨਾਂ ਤੋਂ ਤੁਸੀਂ ਅਵਾਇਡ ਕਰੋ ਖੁੱਲ੍ਹੀ ਜਗ੍ਹਾ ਦੇ ਉੱਤੇ। ਅਤੇ ਇਹ ਅਗਰ ਇਹਤਿਆਤੀ ਤਦਾਬੀਰ ਇਖਤਿਆਰ ਕਰ ਲਈਆਂ ਜਾਣ ਅਤੇ ਬਿਜਲੀ ਡਿੱਗਣ ਦੇ ਜਿਹੜੇ ਵਾਕਿਆਤ ਉਹ ਤੋਂ ਕਿਸੇ ਹੱਦ ਤੱਕ ਬਚਿਆ ਜਾ ਸਕਦਾ ਹੈ। ਅਤੇ ਫਿਰ ਅਸੀਂ ਆਉਂਦੇ ਹਾਂ ਸਿੰਧ ਦੇ ਵਿੱਚ ਜਿਹੜੇ ਇਹ ਟ੍ਰੈਂਡ ਬਣਨ ਡਿਆ ਝੱਖੜ ਦਾ ਅਤੇ ਬਾਰਿਸ਼ਾਂ ਦਾ। ਅਤੇ ਪਿਛਲੀ ਰਾਤ ਇੰਝ ਹੋਇਆ ਕਿ ਸ਼ਹਦਾਦਪੁਰ, ਸਾਂਗੜ ਅਤੇ ਮਗਰਬੀ ਹਵਾਵਾਂ ਨੇ ਨਵਾਬਸ਼ਾਹ ਅਤੇ ਮਟਿਆਰੀ ਦੇ ਇਲਾਕੇ ਦੇ ਵਿੱਚ ਵੀ ਬਾਰਿਸ਼ ਬਹੁਤ ਜ਼ਿਆਦਾ ਕੀਤੀ। ਔਰ ਉਹ ਬਾਰਿਸ਼ ਦੀ ਤਬਾਹਕਾਰੀਆਂ ਦੇ ਨਾਲ ਹੋਇਆ ਹੈ ਕਿ ਜਨਾਬ ਜਿਹੜੀ 10 ਮਿਲੀਮੀਟਰ ਤੱਕ ਬਾਰਿਸ਼ ਹੋਈ, 32 ਤੋਂ 10 ਮਿਲੀਮੀਟਰ ਤੱਕ। ਅਤੇ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਤਾਂ ਵਾਧੇ ਕਮੀ ਹੋ ਗਈ, ਯਾਨੀ ਜਿਹੜਾ ਟੈਂਪਰੇਚਰ ਸਾਨੂੰ ਨਜ਼ਰ ਆ ਰਿਹਾ ਸੀ ਕਿ ਉਹ 45, 46, 44 ਇੰਨਾ ਸੀ, ਉਹ ਟੈਂਪਰੇਚਰ 21 ਡਿਗਰੀ ਸੈਂਟੀਗ੍ਰੇਡ ਤੱਕ ਚਲਾ ਗਿਆ। ਲੇਕਿਨ ਉਹਦੇ ਨਾਲ ਹੋਇਆ ਕਿ ਵੱਡੀ ਤਾਦਾਦ 'ਚ ਦਰਖਤ ਜਿਹੜੇ ਨੇ ਉਹ ਜੜੋਂ ਪੁੱਟੇ ਗਏ,
ਔਰ ਰਸਤੇ ਬਲੌਕ ਹੋਏ ਔਰ ਸ਼ਾਖਾਂ ਟੁੱਟੀਆਂ ਨੇ, ਜ਼ਾਹਿਰ ਹੈ ਜੰਗਲੀ ਹਯਾਤ ਜਿਹੜੀ ਹੈ ਉਹਦਾ ਵੀ ਤਾਂ ਨੁਕਸਾਨ ਹੋਇਆ। ਅਤੇ ਇਹ ਸਾਰੀ ਚੀਜ਼ਾਂ ਹੋ ਰਹੀਆਂ ਨੇ। ਫਿਰ ਕੋਹ ਸੁਲੇਮਾਨ ਦੇ ਵਿੱਚ ਜਿਹੜਾ ਹੈ ਉਹ ਡੀਜੀ ਖਾਨ ਤੋਂ ਲੈ ਕੇ ਪੱਖਰ ਤੱਕ ਦੱਸਿਆ ਗਿਆ ਕਿ ਸਟਰੋਂਗ ਡਿਵੈਲਪਮੈਂਟ ਹੋ ਰਹੀ ਹੈ ਉੱਥੇ, ਜਿਹਦਾ ਰੁਖ ਮਸ਼ਰਕ ਦੀ ਤਰਫ ਹੈ। ਅਤੇ ਕੋਟ ਅੱਦੂ ਤੋਂ ਲਈਆ, ਹੈਦਰਾਬਾਦ, ਥਲ, ਚੌਕ ਮੁੰਡਾ ਅਤੇ ਨਜ਼ਦੀਕੀ ਸ਼ਹਿਰਾਂ ਤੱਕ ਜਿਹੜਾ ਹੈ ਉਹ ਮੌਸਮੀ ਅਸਰਾਤ ਜਿਹੜੇ ਨੇ ਉਹ ਪਹੁੰਚ ਰਹੇ ਨੇ, ਯਾਨੀ ਉੱਥੇ ਵੀ ਬਾਰਿਸ਼ ਦੇ ਇਮਕਾਨਾਤ ਜਿਹੜੇ ਹੈਗੇ ਨੇ। ਫਿਰ ਇਹ ਵੇ ਕਿ ਰਹੀਮਯਾਰ ਖਾਨ ਦੇ ਜਨੂਬ ਮਸ਼ਰਕ ਜਿਹੜਾ ਉੱਥੇ ਬੱਦਲਾਂ ਦੀ ਵਜ੍ਹਾ ਨਾਲ ਦਰਜਾ ਹਰਾਰਤ ਡਿੱਗਾ ਔਰ ਕੁਝ ਬਾਰਿਸ਼ ਵੀ ਹੋਈ। ਅਤੇ ਇਹ ਇਸ ਪਾਸੇ ਜਿਹੜਾ ਰੁਖ ਉੱਥੇ ਦਾ ਟੈਂਪਰੇਚਰ ਥੱਲੇ ਹੋ ਰਿਹਾ। ਵੇਖੋ ਹੁਣ ਸੈਂਟਰਲ ਪੰਜਾਬ, ਅੱਪਰ ਪੰਜਾਬ ਔਰ ਇਹਨਾਂ ਏਰੀਆਜ਼ ਜਿਹੜੇ ਨੇ ਉੱਥੇ ਇਹਦੇ ਅਸਰਾਤ ਕਦੋਂ ਪਹੁੰਚਦੇ ਨੇ। ਵੈਸੇ ਤਾਂ ਮੁਨੱਵਰ ਸਲੀਮ ਸਾਹਿਬ ਜਿਹੜੇ ਨੇ ਸਾਡੇ ਦੋਸਤ, ਉਹਨਾਂ ਦਾ ਕਹਿਣਾ ਹੈ ਕਿ 15 ਜੂਨ ਤੱਕ ਕਰਾਚੀ ਔਰ ਜਿਹੜੇ ਸਾਹਲੀ ਇਲਾਕੇ ਹੈਗੇ ਨੇ ਸਿੰਧ ਦੇ, ਉੱਥੇ ਟੈਂਪਰੇਚਰ ਥੱਲੇ ਜਾ ਸਕਦਾ ਹੈ। ਬਾਰਿਸ਼ਾਂ ਦਾ ਪ੍ਰੀ ਮੂਨਸੂਨ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਸਕਦਾ ਹੈ। ਲੇਕਿਨ ਇਹ ਏਰੀਆਜ਼ ਜਿਹੜੇ ਨੇ ਅੱਗੇ ਇੱਥੇ ਕੋਈ ਨਵੀਂ ਡਿਵੈਲਪਮੈਂਟਸ ਜਿਹੜੀਆਂ ਨੇ ਹਾਲੇ ਤੱਕ ਸੈਂਟਰਲ ਪੰਜਾਬ 'ਚ ਨਹੀਂ ਬਣਨੀਆਂ ਸ਼ੁਰੂ ਹੋਈਆਂ। ਅਤੇ ਉਹ ਗੱਲ ਫਿਰ ਅਸੀਂ ਇਹ ਕਰਾਂਗੇ ਕਿ ਇਹ ਜਿਹੜੀ ਮਿੱਟੀ ਦੀ ਬਾਰਿਸ਼ ਹੈ ਇਹ ਇੱਕ ਨਵਾਂ ਫਿਨੋਮੀਨਾ ਹੈ ਔਰ ਹਾਲੇ ਤਾਂ ਬੜੀ ਮਹਿਦੂਦ ਇਹਦੀਆਂ ਖਬਰਾਂ ਅਸੀਂ ਸੁਣ ਰਹੇ ਹਾਂ। ਅਤੇ ਵੇਖੋ ਮਾਹੌਲੀਅਤ ਜਿਹੜੀ ਇਹ ਦੁਨੀਆ ਦੇ ਵਿੱਚ ਖ਼ਾਸ ਤੌਰ 'ਤੇ ਅਮਰੀਕਾ ਦੀਆਂ ਰਿਆਸਤਾਂ ਦੇ ਵਿੱਚ ਅਸੀਂ ਵੇਖਿਆ ਕਿ ਉੱਥੇ ਬੜੇ ਟਾਰਨੇਡੋ ਵੀ ਬਣਦੇ ਨੇ, ਉਹ ਜਿਨ੍ਹਾਂ ਨੂੰ ਵਾਵਰੋਲੇ ਕਹਿੰਦੇ ਨੇ, ਔਰ ਉਹ ਐਡੇ ਤਗੜੇ ਹੁੰਦੇ ਨੇ ਕਿ ਉਹਦੇ ਵਿੱਚ ਗੱਡੀਆਂ ਜਿਹੜੀਆਂ ਉਹ ਉੱਡ ਜਾਂਦੀਆਂ ਨੇ। ਅਤੇ ਪਾਕਿਸਤਾਨ ਦੇ ਵਿੱਚ ਅਸੀਂ ਹਾਲੇ ਤੱਕ ਜਿਹੜਾ ਮਹਿਕਮੇ ਮੌਸਮੀਆਤ 'ਤੇ ਡਿਪੈਂਡ ਕਰਕੇ ਮੌਸਮ ਦੀ ਜਾਣਕਾਰੀ ਲੈਂਦੇ ਆ ਨਾ, ਉਹ ਸਿਰਫ ਇਹੋ ਹੀ ਸਾਨੂੰ ਦੱਸਦੇ ਨੇ। ਉਹ ਲੈ ਜਾਂਦੇ ਨੇ ਮਾਲਾਕੰਡ ਡਿਵੀਜ਼ਨ, ਉਹ ਜਨਾਬ ਮਾਲਾਕੰਡ ਡਿਵੀਜ਼ਨ ਤੋਂ ਇਲਾਵਾ ਵੀ ਤਾਂ ਪਾਕਿਸਤਾਨ ਦੇ ਵਿੱਚ ਕਈ ਇਲਾਕੇ ਨੇ ਕਿਸਾਨਾਂ ਨੂੰ ਲੋੜ ਹੈਗੀ ਹੈ ਮੌਸਮੀਆਤ ਦੀ ਪੇਸ਼ਨ ਗੋਈਆਂ ਦੀ। ਉਹਨਾਂ ਦੀਆਂ ਫਸਲਾਂ ਪੱਕੀਆਂ ਹੁੰਦੀਆਂ ਨੇ, ਉਹਨਾਂ ਨੇ ਸੰਭਾਲਣਾ ਹੁੰਦਾ ਫਸਲਾਂ ਨੂੰ, ਅਤੇ ਕੋਈ ਇਹਨਾਂ ਦੀ ਰਹਿਨੁਮਾਈ ਵੀ ਕੀਤੀ ਜਾਵੇ। ਸੋ ਇਹ ਗੱਲ ਹੈ ਕਿ ਜਨਾਬ ਮਹਿਕਮੇ ਮੌਸਮੀਆਤ ਦੇ ਕੋਲ ਜਿਹੜੇ ਹਾਲਾਤ ਨੇ, ਜਿਹੜੀ ਐਕਸਪਰਟੀਜ਼ ਨੇ, ਉਹਨੂੰ ਬਿਹਤਰ ਕਰਨ ਦੀ ਲੋੜ ਹੈ। ਔਰ ਸਾਡੇ ਜਿਹੜਾ ਡਾਟਾ ਹੈਗਾ ਵੇ, ਜਿਹੜਾ ਮੌਸਮ ਦੀ ਰੀਡਿੰਗ ਵਾਸਤੇ ਵੇ, ਉਹ ਨਾ ਕਾਫੀ, ਉਹਨੂੰ ਬਿਹਤਰ ਕਰਨ ਦੀ ਲੋੜ ਹੈ। ਔਰ ਜਿਹੜੇ ਕੁਝ ਗੈਜਟਸ ਸਾਡੇ ਕੋਲ ਆਉਣੇ ਚਾਹੀਦੇ ਨੇ ਔਰ ਐਸੇ ਮਾਹਿਰੀਨ ਪੂਰੇ ਮੁਲਕ ਦੇ ਵਿੱਚ ਮੁਖਤਲਿਫ ਸਟੇਸ਼ਨਸ ਬਣਾ ਕੇ ਉੱਤੇ ਹੋਣੇ ਚਾਹੀਦੇ ਨੇ ਜਿਹੜੇ ਅੱਛੀ ਰੀਡਿੰਗਸ ਦੇਣ। ਔਰ ਅਗਰ ਕੋਈ ਟ੍ਰੈਂਡ ਆਉਂਦੇ ਨੇ, ਬਹੁਤ ਸਾਰੇ ਮਸਲੇ ਮਿੱਟੀ ਦੀ ਬਾਰਿਸ਼ ਵਾਲੀ ਅਸੀਂ ਬਾਰ-ਬਾਰ ਗੱਲ ਕਰਨ ਰਹੇ ਹਾਂ ਕਿ ਹੋ ਸਕਦਾ ਹੈ ਇਹ ਕਿਤੇ ਮੇਨ ਸਟ੍ਰੀਮ ਮੀਡੀਆ 'ਚ ਰਿਪੋਰਟ ਹੀ ਨਾ ਹੋਵੇ, ਕਿਉਂਕਿ ਮੇਨ ਸਟ੍ਰੀਮ ਮੀਡੀਆ ਨੂੰ ਤਾਂ ਸਿਆਸਤ ਤੋਂ ਇਲਾਵਾ ਕਿਸੇ ਗੱਲ ਦਾ ਹੋਰ ਦਿਲਚਸਪੀ ਨਹੀਂ ਹੈਗੀ, ਅਤੇ ਉਹ ਇਹੋ ਜਿਹੀਆਂ ਚੀਜ਼ਾਂ ਨੂੰ ਰਿਪੋਰਟ ਹੀ ਨਹੀਂ ਕਰਦਾ। ਅਤੇ ਇਸ ਰਾਹੀਂ ਅਸੀਂ ਆਪਣੇ ਵਲੌਗ ਦੇ ਜ਼ਰੀਏ ਇਹ ਗੱਲ ਤੁਹਾਡੇ ਤੱਕ ਪਹੁੰਚਾਉਣ ਨੇ ਕਿ ਇਹ ਵੀ ਇੱਕ ਚੀਜ਼ ਹੋ ਸਕਦੀ ਹੈ। ਔਰ ਨਜ਼ਰ ਰੱਖੋ ਆਪਣੇ ਇਰਦ ਗਿਰਦ, ਤੁਸੀਂ ਮੁਲਕ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੈਗੇ ਜੇ, ਅਤੇ ਮੌਸਮੀਆਤ ਦੀ ਕੋਈ ਯੂਨੀਕ, ਕੋਈ ਮੁਨਫਰਦ ਕਿਸਮ ਦੀ ਜਿਹੜਾ ਮੁਜ਼ਾਹਰਾ ਹੈ ਉਹ ਤੁਹਾਡੇ ਸਾਹਮਣੇ ਆ ਸਕਦਾ ਹੈ। ਹੋ ਸਕਦਾ ਉਹ ਜਿਹੜੀ ਤੁਹਾਡੀ ਇਤਲਾਹ ਹੈ ਉਹ ਕਿਸੇ ਜਗ੍ਹਾ ਦੇ ਵਿੱਚ ਬਹੁਤ ਵੱਡੇ ਤਜਜ਼ੀਏ ਦੇ ਕੰਮ ਆ ਜਾਵੇ, ਕੋਈ ਪੇਸ਼ਨ ਗੋਈ ਦਾ ਹਿੱਸਾ ਬਣ ਸਕੇ। ਅਤੇ ਜਨਾਬ ਇਹਦੇ ਨਾਲ ਹੀ ਅੱਜ ਦੇ ਇਜਾਜ਼ਤ ਦਿਓ। ਜੀਂਦੇ ਰਹੋ, ਵਸਦੇ ਰਹੋ।